ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੇਰੇ ਨਾਲ ਬੈਠੇ ਹੋਏ ਨੇ ਇੱਕ ਸਕਸੈਸਫੁਲ ਕਲਾਇੰਟ ਮੋਹਦਿਸ ਤੇ ਇਹ ਐਕਸਪ੍ਰੈਸ ਐਂਟਰੀ ਦੇ ਵਿੱਚ ਇਹਨਾਂ ਦਾ ਪੀਆਰ ਹੋਇਆ ਹੈ ਔਰ ਇਹ ਪੀਆਰ ਕਰਕੇ 에ਅਰਪੋਰਟ ਤੋਂ ਸਿੱਧਾ ਮੇਰੇ ਕੋਲ ਇੱਥੇ ਆਫਿਸ ਆਏ ਨੇ। ਸੋ ਪੂਰੀ ਡਿਟੇਲ ਮੈਂ ਆਈ ਵਿਲ ਲੈਟ ਹਿਮ ਸਪੀਕ ਕਿ ਕਿਸ ਤਰ੍ਹਾਂ ਇਹਨਾਂ ਦਾ ਸਾਰਾ ਓਵਰਆਲ ਐਕਸਪੀਰੀਅੰਸ ਰਿਹਾ, ਕਿਸ ਤਰ੍ਹਾਂ ਟਾਈਮਲਾਈਨ ਸੀ, ਕੀ ਹੋਇਆ ਇੱਥੇ ਕੈਨੇਡਾ ਪੜ੍ਹਾਈ ਕੀਤੀ, ਪੜ੍ਹਾਈ ਕਰਨ ਤੋਂ ਬਾਅਦ ਫਿਰ ਕੰਮ ਕੀਤਾ, ਉਸ ਤੋਂ ਬਾਅਦ ਫਿਰ ਇੰਡੀਆ ਗਏ ਤੇ ਉਹ ਸਾਰੀਆਂ ਡਿਟੇਲਸ ਆਈ ਵਿਲ ਲੈਟ ਹਿਮ ਸਪੀਕ। ਐਂਡ ਟੁਡੇ ਹੀ ਇਜ਼ ਕਮਿੰਗ ਆਲ ਦਾ ਵੇ ਫਰਮ 에ਅਰਪੋਰਟ। ਇੱਥੇ 에ਅਰਪੋਰਟ ਤੋਂ ਸਟ੍ਰੇਟ ਪੀਆਰ ਹੋ ਕੇ ਔਰ ਪੀਆਰ ਜਿਹੜਾ ਹੋਇਆ ਹੈ ਇਹ ਸੀਓ ਪੀਆਰ ਇਹਨਾਂ ਨੂੰ ਮਿਲਿਆ ਹੈ। ਸੋ ਆਈ ਵਿਲ ਲੈਟ ਹਿਮ ਸਪੀਕ ਤੇ ਇਹ ਦੱਸੋ। ਸਭ ਤੋਂ ਪਹਿਲਾਂ ਮੁਬਾਰਕਾਂ ਮੋਹਦਿਸ। Thank you so much. ਓਕੇ, ਸੋ how was the experience? ਸਭ ਤੋਂ ਪਹਿਲਾਂ The experience was very good, and Satvinder sir guided me a lot from my whole journey. मैं Canada आया सी in the end of 2022. I did my information system business analysis diploma from Northern College Timmins. एक साल ਦਾ ਡਿਪਲੋਮਾ ਸੀ। ਉਸ ਤੋਂ ਬਾਅਦ ਮੈਨੂੰ ਖੁਦ ਪਤਾ ਸੀ ਕਿ ਮੇਰੇ ਕੋਲ ਇੱਕ ਸਾਲ ਦਾ ਵਰਕ ਪਰਮਿਟ ਹੋਣਾ, ਤਾਂ ਉਸ ਵਿੱਚ ਮੈਂ ਨੌਕਰੀ ਦੀ ਜੌਬ ਲਈ ਐਂਡ ਮੈਨੂੰ ਪਤਾ ਸੀ ਮੇਰੇ ਕੀ CRS ਬਣਨਾ ਹੈਗਾ, ਬਟ CRS ਬਹੁਤ ਹਾਈ ਚਲਾ ਗਿਆ ਜਦ ਤੱਕ ਮੇਰਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਸੀ ਐਂਡ ਅਲਟੀਮੇਟਲੀ ਇਟ ਐਕਸਪਾਇਰਡ। ਬਟ ਐਕਸਪਾਇਰ ਹੋਣ ਤੋਂ ਪਹਿਲਾਂ ਮੈਂ ਆਪਣਾ ਇੱਕ ਸਾਲ ਦਾ ਜੋ ਕਿ ਨੌਕ B ਵੀ ਕਹਿੰਦੇ ਨੇ ਉਸ ਦੇ ਵਿੱਚ ਆਪਣਾ ਐਕਸਪੀਰੀਅੰਸ ਪੂਰਾ ਕਰ ਚੁੱਕਿਆ ਸੀ ਹੈ ਨਾ। ਬਟ ਮੇਰਾ ਵਰਕ ਪਰਮਿਟ ਐਕਸਪਾਇਰ ਹੋ ਗਿਆ। ਫਿਰ ਮੈਂ ਗਾਈਡੈਂਸ ਲਈ ਸਤਵਿੰਦਰ ਸਰ ਕੋਲ ਆਇਆ ਤਾਂ ਇਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਤੇਰੀ ਪ੍ਰੋਫਾਈਲ ਅੱਛੀ ਹੈ, ਬੈਕ ਹੋਮ ਮੇਰੇ ਕੋਲ 3 ਸਾਲ ਦਾ IT ਦੇ ਵਿੱਚ ਐਕਸਪੀਰੀਅੰਸ ਸੀ। ਤਾਂ ਸਾਰਾ ਕੁਝ ਲਗਾ ਕੇ ਜੋ ਦੇਖਿਆ ਇਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਤੂੰ ਇੱਕ ਵਾਰ ਸੈਲਫ ਦਾ ਐਗਜ਼ਾਮ ਦੇ, ਬਿਕਾਜ਼ ਇਟ ਵਿਲ ਬੂਸਟ ਦ CRS ਐਂਡ ਗੋ ਬੈਕ ਟੂ ਇੰਡੀਆ। And I followed his path. I went back to India. I gave self-pip exam and I boosted my score to 523. And but still I had to wait there for around 8 months. 8 ਮਹੀਨੇ ਦੇ ਕਰੀਬ। Because March of 2025 ਦੇ ਵਿੱਚ ਮੈਂ ਇੰਡੀਆ ਗਿਆ ਸੀ and December 2025 ਦੇ ਵਿੱਚ ਮੈਨੂੰ invitation ਆਇਆ, the 10th of December, and the phone starts ringing from friends and family to congratulate me, including Satvinder sir. And after that, whatever he told me to do, I did the same things. What documents he told me to provide, I provided the same. Then either they were from the Indian employers or from my Canadian employers. I provided all the documents, and ਉਸ ਤੋਂ ਬਾਅਦ ਇਹਨਾਂ ਨੇ ਡਾਕੂਮੈਂਟੇਸ਼ਨ ਕੀਤੀ ਹੈ, ਸਾਰਾ ਕੁਝ ਕੀਤਾ ਹੈਗਾ। ਮੈਂ ਇੱਥੇ ਕੁਝ 2-3 ਐਡੀਸ਼ਨ ਕਰਨਾ ਚਾਹੁੰਦਾ। He is a unique case because 2 ਸਾਲ ਦੀ ਪੜ੍ਹਾਈ ਨਹੀਂ ਕੀਤੀ, 1 ਸਾਲ ਦੀ ਪੜ੍ਹਾਈ ਕੀਤੀ ਹੈ। That is very very important and ਲੋਕ ਇੱਥੇ 2 ਸਾਲ ਦੀ ਪੜ੍ਹਾਈ ਕਰਕੇ ਵੀ PR ਨਹੀਂ ਹਾਸਿਲ ਕਰ ਪਾ ਰਹੇ। He is a case of 1 year, 1 ਸਾਲ ਪੜ੍ਹਾਈ ਕੀਤੀ ਹੈ ਔਰ 3 ਸਾਲ ਦਾ ਵਰਕ ਐਕਸਪੀਰੀਅੰਸ ਨਹੀਂ ਹੈ ਕੈਨੇਡਾ ਦਾ, only 1 year of experience, 1 year of Canadian work experience। ਉਸ ਦੇ ਬਾਵਜੂਦ ਅੱਜ PR ਨੇ ਕਿਉਂਕਿ ਸਹੀ ਤਰੀਕਾ ਸਹੀ ਰਸਤੇ ਤੇ ਚੱਲ ਰਹੇ ਨੇ ਐਂਡ followed the things, followed the guidelines and he did it. ਲੋਕ ਇੱਥੇ 2-2 ਸਾਲ ਦੀ ਪੜ੍ਹਾਈ ਕਰਕੇ 3-3 ਸਾਲ ਦਾ ਵਰਕ ਐਕਸਪੀਰੀਅੰਸ ਕਰਕੇ PR ਤੱਕ ਨਹੀਂ ਪਹੁੰਚ ਪਾ ਰਹੇ। ਸੋ he was also initially ਇਹ ਵੀ ਸੋਚਾ ਚ ਸੀ ਕਿ ਮੈਂ ਇੰਡੀਆ ਜਾਵਾਂਗਾ ਤੇ ਮੈਂ ਇੰਡੀਆ ਜਾ ਕੇ ਕੀ ਮੈਂ ਵਾਪਸ ਆ ਪਾਵਾਂਗਾ। I was telling him confidently ਕਿ ਕੋਈ ਮੁਸ਼ਕਿਲ ਨਹੀਂ ਆਏਗੀ, ਕੁਝ ਨਹੀਂ ਹੋਏਗਾ। ਗਲਤ ਪਾਥ ਪਕੜਨ ਨਾਲੋਂ, ਕੋਈ LMIA ਜਾਂ ਕੋਈ ਹੋਰ ਗਲਤ ਰਸਤਾ ਲੈਣ ਦੇ ਨਾਲੋਂ ਇੱਕ ਸਿੱਧਾ ਰਸਤਾ ਮਚ ਬੈਟਰ ਹੈ ਐਂਡ ਹੀ ਫੋਲੋਡ ਦੈਟ ਸਟ੍ਰੇਟ ਪਾਥ। ਅੱਜ PR CO PR ਇਹਨਾਂ ਦੇ ਕੋਲ ਹੈਗਾ। ECO PR ਨਹੀਂ, ECO PR ਤਾਂ ਆਉਂਦਾ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਹੁੰਦੇ ਹੋ ਤੇ CO PR ਹੁੰਦਾ ਹੈ ਜਦੋਂ ਤੁਸੀਂ ਲੈਂਡ ਕਰਦੇ ਹੋ ਤਾਂ ਤੁਹਾਡੇ ਪਾਸਪੋਰਟ ਤੇ ਇਮੀਗ੍ਰੈਂਟ ਵੀਜ਼ਾ। ਸੋ ਹੀ ਗॉट ਅ ਇਮੀਗ੍ਰੈਂਟ ਵੀਜ਼ਾ। ਇਮੀਗ੍ਰੈਂਟ ਵੀਜ਼ਾ ਉਹਨੂੰ ਮਿਲਦਾ ਹੈ ਜਦੋਂ, ਕਿਉਂਕਿ ਆਉਣ ਵਾਸਤੇ ਤੁਹਾਨੂੰ ਇੱਕ ਵੀਜ਼ਾ ਮਿਲਦਾ ਹੈ, 1 ਟਾਈਮ ਵੀਜ਼ਾ, ਉਹ ਤੁਹਾਡੇ ਪਾਸਪੋਰਟ ਤੇ ਲੱਗਦਾ ਹੈ, ਉਹਨੂੰ ਇਮੀਗ੍ਰੈਂਟ ਵੀਜ਼ਾ ਕਹਿੰਦੇ ਨੇ। ਉਹ ਇਮੀਗ੍ਰੈਂਟ ਵੀਜ਼ਾ ਲੈ ਕੇ ਤੁਸੀਂ ਇੱਥੇ ਆਉਂਦੇ ਹੋ ਤੇ ਫਿਰ ਤੁਹਾਨੂੰ CO PR ਮਿਲਦਾ ਹੈ। ਤੁਹਾਡਾ CO PR ਦਾ ਐਕਸਪੀਰੀਅੰਸ ਕਿਹਦਾ ਰਿਹਾ ਆਫਿਸਰ ਦੇ ਨਾਲ ਜਦੋਂ ਤੁਸੀਂ ਲੈਂਡ ਕੀਤਾ? First of all, let me add one more point that my file was under CEC program in Express Entry, and from the day we submitted the file and the day when I went to the VFS Global Chandigarh to pick up my passport,
it was around 139 days. I guess it is the fastest. Fastest. I want Yeah. to say it is fastest. एंड उस तो बाद मैं अपनी टिकट करवाई और मैं कनाडा आया और इमिग्रेशन हुई. द प्रोसेस वाज वेरी स्मूथ एंड इमिग्रेशन ऑफिसर ने भी कंग्रेचुलेट किया और उन्होंने जस्ट डॉक्यूमेंट्स ले द पासपोर्ट लिया और जो मेरे को COPR सी 2 कॉपी COPR आई हैं, एक IRCC कॉपी एंड एक क्लाइंट कॉपी जो कि मेरी है. और दो में COPRs उन्होंने ਸਿਗਨੇਚਰ ਕਰਕੇ ਤੁਸੀਂ ਉਹਨਾਂ ਦੇ ਸਾਹਮਣੇ ਸਾਈਨ ਕੀਤੇ ਜੀ ਉਹਨਾਂ ਦੇ ਸਾਹਮਣੇ ਸਾਈਨ ਕੀਤੇ ਉਹਨਾਂ ਨੇ ਵੀ ਸਾਈਨ ਕੀਤੇ ਕ੍ਰਾਸ ਜਾਂ ਉਹਨਾਂ ਨੇ ਸਾਈਨ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੇ ਮੇਰੇ ਤੋਂ ਐਡਰੈਸ ਲਿਆ ਜਿੱਥੇ PR ਕਾਰਡ ਡਿਲੀਵਰ ਹੋਏਗਾ ਐਟ ਦ ਸੇਮ ਟਾਈਮ. ਫਿਰ ਉਹਨਾਂ ਨੇ ਆਪਣੇ ਸਿਸਟਮ ਦੇ ਵਿੱਚ ਸਬਮਿਟ ਕੀਤਾ. ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਸਾਈਨ ਕਰਵਾਏ ਐਂਡ ਦੈਨ ਦੇ ਗੇਵ ਮੀ ਮਾਈ ਕਾਪੀ. ਸੋ ਹੁਣ ਤੁਹਾਡੇ ਕੋਲ ਤੁਹਾਡੀ ਕਾਪੀ ਹੈ. ਅੱਛਾ ਪਲੀਜ਼ ਦੈਨ ਦਿਸ ਇਜ਼ ਫॉर एवरीवन ਨਾਟ ਜਸਟ ਫॉर ਹਿਮ. COPR ਜਿਹੜੇ ਲੋਕ ਇੰਡੀਆ ਤੋਂ PR ਹੋ ਕੇ ਆ ਰਹੇ ਨੇ ਜਾਂ ਜਿਹੜੇ ਵੀ ਆਊਟਸਾਈਡ ਕੈਨੇਡਾ ਤੋਂ PR ਹੋ ਕੇ ਆ ਰਹੇ ਨੇ ਉਹਨਾਂ ਨੂੰ ਫਿਜ਼ੀਕਲ ਕਾਪੀ ਐਡੀ ਵੱਡੀ ਸ਼ੀਟ ਮਿਲਦੀ ਹੈ ਰਾਈਟ ਦਿਸ ਬਿਗ ਸ਼ੀਟ. ਸੋ ਉਹ COPR ਦੀ ਸ਼ੀਟ ਮਿਲਦੀ ਹੈ ਉਹ ਤੁਹਾਨੂੰ ਇੰਡੀਆ ਹੀ ਮਿਲ ਜਾਏਗੀ ਤੇ ਉਹ ਲੇਕਿਨ ਉਸੇ ਸਾਈਨ ਨਹੀਂ ਕਰਨੇ. ਸਾਈਨ ਤੁਸੀਂ ਵੀਜ਼ਾ ਆਫਿਸਰ ਦੇ ਸਾਹਮਣੇ ਕਰਨੇ ਨੇ CBSA ਆਫਿਸਰ ਦੇ ਸਾਹਮਣੇ ਕਰਨੇ ਨੇ. ਕ੍ਰਾਸ ਸਾਈਨ ਉਹ ਵੀ ਕਰੇਗਾ. ਉਹ ਸਾਈਨ ਕਰਕੇ ਇੱਕ ਕਾਪੀ ਤੁਹਾਨੂੰ ਮਿਲੇਗੀ ਇੱਕ ਕਾਪੀ ਤੁਹਾਡੇ ਕੋਲ ਹੋਏਗੀ. ਤੁਹਾਡੀ ਕਾਪੀ ਸੰਭਾਲ ਕੇ ਰੱਖਣੀ ਹੈ. ਦਿਸ ਇਜ਼ ਫॉर एवरीवन. ਇਹ ਕਾਪੀ ਜਿਹੜੀ COPR ਦੀ ਹੈ ਸੰਭਾਲ ਕੇ ਰੱਖਣੀ ਹੈ ਬਿਕੋਜ਼ ਸਿਟੀਜ਼ਨਸ਼ਿਪ ਦੇ ਟਾਈਮ ਤੁਹਾਨੂੰ COPR ਦੀ ਕਾਪੀ ਚਾਹੀਦੀ. ਉਸ ਵਕਤ ਕਈ ਵਾਰੀ ਲੋਕ ਕਹਿੰਦੇ ਉਹ ਹੋ ਸਾਨੂੰ ਪਤਾ ਹੀ ਨਹੀਂ ਕਿੱਥੇ. ਨਹੀਂ ਇਹ ਕੰਮ ਨਹੀਂ ਕਰਨਾ. ਐਂਡ ਰਿਮੈਂਬਰ now that you got this, so 1 year which you spent as a student as a worker will be counted. So ਤੁਹਾਡੀ citizenship actually faster ਹੋਏਗੀ. ਤੁਹਾਨੂੰ citizenship ਜਿਹੜੀ ਹੈ 1 ਸਾਲ ਦਾ ਜਿਹੜਾ ਪੂਰਾ ਰਿਬੇਟ ਮਿਲ ਜਾਏਗਾ. ਤੇ 1 ਸਾਲ ਦਾ ਰਿਬੇਟ ਹੈ ਤੇ ਤੁਸੀਂ 2 ਸਾਲ ਇੱਥੇ ਰਹਿ ਕੇ ਆਪਣਾ citizenship ਅਪਲਾਈ ਕਰ ਸਕਦੇ ਹੋ. Now you are good enough to call your parents, get married, whatever you think, right? Your study or work, whatever. So thousands of doors, मतलब हज़ारा तरह के दरवाजे खुल जाते हैं. You can get married, you can call your parents. तुसी ਇੱਥੇ ਪੜ੍ਹਾਈ ਕਰ ਸਕਦੇ ਹੋ ਐਜ਼ ਅ ਲੋਕਲ ਸਟੂਡੈਂਟ ਰਾਈਟ. ਸੋ ਜਿਹੜੀ ਪੜ੍ਹਾਈ ਤੁਸੀਂ ਇੰਨੀ ਮਹਿੰਗੀ ਕੀਤੀ ਸੀ ਅੱਜ 1/4 ਪ੍ਰਾਈਸ ਤੇ ਅਗਰ ਮੰਨ ਲਓ ਇਹ ਦਿਲ ਕਰੇ ਕਿ ਮੈਂ ਮਾਸਟਰਸ ਕਰਨੀ ਹੈ ਹੋਰ ਪੜ੍ਹ ਸਕਦੇ ਨੇ. ਯੂ ਕੈਨ ਬਾਏ ਹੋਮ, ਯੂ ਕੈਨ ਡੂ ਆਲ ਥਿੰਗਸ. ਹਰ ਚੀਜ਼ ਤੁਸੀਂ ਕਰ ਸਕਦੇ ਹੋ ਤੇ ਨਾਲ ਦੇ ਨਾਲ ਟਾਈਮ ਜਿਹੜਾ ਇੱਥੇ ਲਗਾਓਗੇ 2 ਸਾਲ ਲਾਉਣ ਤੋਂ ਬਾਅਦ ਯੂ ਕੈਨ ਅਪਲਾਈ ਫॉर द ਸਿਟੀਜ਼ਨਸ਼ਿਪ. ਥੈਂਕ ਯੂ ਸੋ ਮਚ. ਮਿਠਾਈ ਲਿਆਉਣ ਵਾਸਤੇ ਬਹੁਤ ਬਹੁਤ ਥੈਂਕ ਯੂ. ਇੰਡੀਆ ਦੀ ਬਹੁਤ ਵਧੀਆ ਮਿਠਾਈ ਹੈ ਲੈ ਕੇ ਆਏ ਨੇ ਉਹਦੇ ਵਾਸਤੇ ਬਹੁਤ ਸਾਰਾ ਥੈਂਕ ਯੂ. ਤੇ ਮੈਂ ਓਵਰਆਲ ਜਿਹੜੇ ਤੁਹਾਡੇ ਇੱਕ ਵਿਊਜ਼ ਪੁੱਛਣਾ ਚਾਹੁੰਦਾ ਕਿ ਹਾਊ ਵਾਸ ਯੋਰ ਵਿਊਜ਼ ਕਿ ਜਿਹੜੇ ਲੋਕ ਡਰਦੇ ਨੇ ਕਿ ਨਹੀਂ ਇੰਡੀਆ ਜਾ ਕੇ ਅਸੀਂ ਚਲੇ ਜਾਵਾਂਗੇ ਤੇ ਕੀ ਅਸੀਂ ਆ ਨਹੀਂ ਸਕਦੇ. ਉਹ ਇੱਕ ਬਹੁਤ ਵੱਡਾ ਡਰ ਹੈ. ਆਈ ਹੈਵ ਸੀਨ ਪੀਪਲ ਨਹੀਂ ਜੀ ਅਸੀਂ ਨਹੀਂ ਜਾਣਾ ਹੈਗਾ. ਲੋਕ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ, ਫਰੈਂਡਸ ਕੀ ਕਹਿਣਗੇ. ਇਹ ਬਹੁਤ ਵੱਡਾ ਇੱਕ ਇਸ਼ੂ ਹੈ. ਸੋ ਹਾਊ ਡਿਡ ਯੂ ਓਵਰਕਮ ਦੈਟ ਔਰ ਇਹਦੇ 'ਚ ਕਿੰਨੀ ਸੱਚਾਈ ਹੈ? ਇੱਥੇ ਮੈਂ ਦੱਸਣਾ ਚਾਹਾਂਗਾ ਕਿ ਡਰਨ ਦਾ ਅਗਰ ਇਫ ਯੂ ਵਾਂਟ ਟੂ ਗੈਟ ਯੂਰ PR ਦੈਨ ਡਰਨ ਦਾ ਕੋਈ ਮਤਲਬ ਨਹੀਂ ਹੈ. ਸਤਵਿੰਦਰ ਸਰ ਕੋਲ ਆਉਣ ਤੋਂ ਪਹਿਲਾਂ ਮੈਂ ਹਰ ਇਨਸਾਨ ਅਲੱਗ-ਅਲੱਗ ਇਮੀਗ੍ਰੇਸ਼ਨ ਕੋਲ ਜਾ ਕੇ ਆਏਗਾ, ਅਲੱਗ-ਅਲੱਗ ਲੋਕਾਂ ਨਾਲ ਕੰਸਲਟ ਕਰੇਗਾ. ਮੈਂ ਵੀ ਉਹੀ ਕੀਤਾ ਸੀ. ਬਟ ਹੀ ਵਾਸ ਦ ਵਨ ਪਰਸਨ who told me the bitter truth that you have to go back to India. मैं भी यही सोच रहा ਸੀ कि मेरे friends and family ਕੀ ਕਹਿਣਗੇ, ਇੱਥੇ ਦੇ ਲੋਕ ਕੀ ਕਹਿਣਗੇ ਕਿ ਵਾਪਸ ਜਾ ਰਿਹਾ, ਉੱਥੇ ਦੇ ਕੀ ਕਹਿਣਗੇ ਕਿ ਵਾਪਸ ਆ ਗਿਆ, ਕਿਉਂ ਆਇਆ ਹੈ. But I believed in God and I believed in Mr. Satvinder and he told me that you have to go back and do a job there. If you don't have much experience back home, you can gain experience which will boost your CRS as well. And ਮੈਂ ਉਹੀ ਕੀਤਾ ਜਿਵੇਂ ਇਹਨਾਂ ਨੇ ਦੱਸਿਆ. ਮੈਂ ਵਾਪਸ ਗਿਆ, ਲੋਕਾਂ ਨੇ ਬਹੁਤ ਕੁਝ ਕਿਹਾ ਵੀ ਬਟ ਹੁਣ ਉਹੀ ਲੋਕ ਅੱਜ ਦੇ ਉਹ ਲੋਕਾਂ ਨੇ ਮੂੰਹ ਬੰਦ ਨੇ ਸਭ ਦੇ. ਕਈ ਲੋਕ ਮੇਰੇ ਤੋਂ ਪਹਿਲਾਂ ਜੋ ਗਏ ਹੋਏ ਨੇ ਉਹਨਾਂ ਨੇ ਕਿਹਾ ਤੂੰ ਤਾਂ ਸਾਡੀ ਵਾਲੀ ਕੈਟਾਗਰੀ ਵਿੱਚ ਆ ਗਿਆ. ਬਟ ਫਿਰ ਮੈਂ ਬਿਨਾਂ ਦੱਸੇ ਕਿਸੇ ਨੂੰ ਆਇਆ ਕਿ ਉੱਥੇ ਪਹੁੰਚ ਕੇ ਹੀ ਦੱਸਾਂਗਾ ਦੈਟ ਆਈ ਐਮ ਬੈਕ ਹੇਅਰ. ਹੁਣ ਉਹੀ ਲੋਕ ਸਾਰੇ ਦੇਖਦੇ ਨੇ. ਬੜਾ ਸਟਿਗਮਾ ਜਿਹਾ ਅਟੈਚਡ ਹੈ ਰਾਈਟ. ਆਈ ਐਮ ਯੂਜ਼ਿੰਗ ਦ ਵਰਡ ਸਟਿਗਮਾ. ਬਹੁਤ ਵੱਡਾ ਇੱਕ ਸਟਿਗਮਾ ਅਟੈਚਡ ਹੈ ਕਿ ਨਹੀਂ ਅਸੀਂ ਪਿੱਛੇ ਚਲੇ ਜਾਵਾਂਗੇ. ਦੇਖੋ ਤੁਸੀਂ ਅਗਰ 2 ਕਦਮ ਪਿੱਛੇ ਲੈਂਦੇ ਹੋ ਨਾ, ਅਗਰ ਪਲਾਨ ਲੈ ਕੇ ਚੱਲਦੇ ਹੋ, ਅਗਰ ਸ਼ੇਰ ਨੇ ਵੀ ਲੰਬੀ ਛਲਾਂਗ ਲਾਣੀ ਹੁੰਦੀ ਹੈ ਨਾ ਤੇ ਉਹ ਅੱਗੇ ਨਹੀਂ ਕਰਦਾ, ਉਹ 2 ਕਦਮ ਪਿੱਛੇ ਜਾਂਦਾ ਹੈ ਫਿਰ ਲੰਬੀ ਛਲਾਂਗ ਲਗਾਉਂਦਾ ਹੈ ਰਾਈਟ. ਸੋ ਤੁਸੀਂ ਅਗਰ ਪਿੱਛੇ ਜਾ ਰਹੇ ਹੋ ਦੈਟਸ ਓਕੇ ਬਟ ਐਜ਼ ਲੌਂਗ ਐਜ਼ ਯੂ ਹੈਵ ਪਲਾਨ ਇਨ ਦਾ ਮਾਈਂਡ, ਐਜ਼ ਲੌਂਗ ਐਜ਼ ਯੂ ਹੈਵ ਅ ਪ੍ਰੋਪਰ ਐਗਜ਼ੀਕਿਊਸ਼ਨ ਇਨ ਦਾ ਮਾਈਂਡ. ਅਗਰ ਤੁਹਾਡੇ ਕੋਲ ਪਲਾਨ ਨਹੀਂ ਹੈ ਫਿਰ ਬੇਕਾਰ ਹੈ, ਫਿਰ ਪਿੱਛੇ ਜਾ. ਹਾਂ ਤੁਸੀਂ ਇੱਕ ਪਲਾਨ ਲੈ ਕੇ ਜਾ ਰਹੇ ਹੋ, ਇੱਕ ਸੋਚ ਲੈ ਕੇ ਜਾ ਰਹੇ ਹੋ. ਮੈਨੂੰ ਪਤਾ ਹੈ
ਬਹੁਤ ਸਾਰੇ ਕਿਉਂਕਿ ਜਿਹੜੇ ਰਿਸ਼ਤੇਦਾਰ ਨੇ ਦੋਸਤ ਯਾਰ ਨੇ ਉਹੀ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਰ ਦਿੰਦੇ ਨੇ ਨੈਗੇਟਿਵ ਤੁਹਾਡਾ ਦਿਮਾਗ ਇੰਨਾ ਨੈਗੇਟਿਵ ਕਰ ਦਿੰਦੇ ਨੇ ਨਾ ਕਿ ਬਸ ਲੱਗਦਾ ਹੈ ਕਿ ਬਸ ਸਭ ਕੁਝ ਖਤਮ ਹੋ ਗਿਆ But hopefully, thanks to the Almighty and thanks to you to guide me, and I accepted the bitter truth that I have to go back, and eventually today I came and landed here. and ਹੁਣ ਕਿਹਦਾ here. ਲੱਗ ਰਿਹਾ ਹੁਣ ਤੁਹਾਡੇ ਹੱਥ Now I ਵਿੱਚ am feeling very lucky Relief. and very happy. I am relieved ਕਿਉਂਕਿ ਇੱਕ ਸਾਲ ਦੀ ਸਟੱਡੀ ਔਰ ਇੱਕ ਸਾਲ ਦਾ ਵਰਕ ਪਰਮਿਟ ਮੈਂ ਇਹੀ ਸੋਚਦਾ ਸੀ ਕਿ ਮੈਂ ਕਰਤਾ ਰਿਹਾ ਕਿ ਮੈਂ ਪੀਆਰ ਕਿਵੇਂ ਹੋਵਾਂਗਾ ਬਿਕੋਜ਼ ਡੇਲੀ ਆਈ ਵਾਸ ਟਰੈਕਿੰਗ ਦ ਡਰਾਅ ਸੀਸੀ ਡਰਾਅ ਬਹੁਤ ਜ਼ਿਆਦਾ ਉਸ ਵਕਤ ਤੱਕ 523 524 ਕਿੰਨਾ ਹਾਈ ਸਕੋਰ ਚੱਲ ਰਿਹਾ because I calculated my CRS score before coming to Canada. And because I guess like I will score CLB 8 in IELTS, then I will score like 5 or 4, right? But when I landed in Canada as a student first time, the score was 496, and day by day it ਵੱਧਦਾ increased. ਗਿਆ ਲਗਾਤਾਰ ਵੱਧਦਾ ਗਿਆ that's the Yeah. problem, right? And it's not going to even and this is a real fact, right? It's do not expect score to go less than 500 500 ਤੋਂ ਥੱਲੇ do not expect at least CEC category ਚ 500 ਤੋਂ ਥੱਲੇ ਹਜੇ ਛੇਤੀ ਨਹੀਂ ਆਏਗਾ so plan accordingly and accept the truth ਉਸ ਹਿਸਾਬ ਨਾਲ plan ਕਰੋ ਉਸ ਹਿਸਾਬ ਨਾਲ execute ਕਰਨ ਦੀ ਉਹਨੂੰ ਕੋਸ਼ਿਸ਼ ਕਰੋ so final words ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੈਸਾ overall experience ਕੈਸਾ ਰਿਹਾ Overall experience was very good. ਕਈ ਵਾਰ ਮਾਈਂਡ ਜਾਏਗਾ that I will be in India ਪਤਾ ਨਹੀਂ ਕਿੱਦਾਂ ਹੋਵੇਗਾ ਸਾਰਾ ਕੁਝ ਬਟ ਕੁਝ ਵੀ ਹੁੰਦਾ ਸੀ ਅਗਰ ਮੇਰੀ ਕੋਈ ਵੀ ਕੁਐਰੀ ਹੁੰਦੀ ਸੀ I shoot them a message on WhatsApp or I sent them an email. They had a timeline of 24 hours. They have to reply in that and they every time they replied in the same timeline and or very quickly as well. ਮੇਰੀ ਹਰ ਕੁਐਰੀ ਦੀ ਰੈਜ਼ੋਲੂਸ਼ਨ ਹੋਈ ਹੈ ਕਦੇ ਕੁਝ ਵੀ ਹੋਇਆ ਮੈਂ ਕੁਝ ਵੀ ਪੁੱਛਿਆ ਹੈ ਈਵਨ ਹੀ ਵਾਸ ਆਲਵੇਜ਼ ਅਵੇਲੇਬਲ ਔਨ ਕਾਲਸ ਐਸ ਵੈਲ ਮੈਂ ਸੈਲਫ ਪਿਪ ਵਾਸਤੇ ਜੋ ਤੁਹਾਨੂੰ ਕਿਹਾ ਸੀ ਇਟ ਹੀ ਰਿਪੀਟਡ ਸੈਲਫ ਪਿਪ ਟੈਸਟ ਇੱਕ ਵਾਰੀ ਸੈਲਫ ਪਿਪ ਇਹਨਾਂ ਨੇ ਰਿਪੀਟ ਕੀਤਾ ਫਿਰ ਦੁਬਾਰਾ ਤੋਂ CLB 9 ਤੋਂ ਉੱਤੇ ਲਿੱਤਾ ਇਹਨਾਂ ਨੇ I think ਦੋ ਦੇ ਵਿੱਚ 99 ਸੀ ਦੋ ਦੇ ਵਿੱਚ 10 ਸੀ ਰਾਈਟ ਸੋ that was the last one ਜਦੋਂ ਮੈਂ ਅਪਡੇਟ ਕੀਤਾ ਸੀ ਇਹਨਾਂ ਨੇ ਮੈਨੂੰ ਸੈਲਫ ਪਿਪ ਭੇਜਿਆ ਮੈਂ ਉਸੇ ਵਕਤ ਸਭ ਕੁਝ ਛੱਡ ਕੇ ਫਟਾਫਟ ਮੈਂ ਖੁਦ ਅਪਡੇਟ ਕੀਤਾ ਮੈਂ ਕਿਸੇ ਨੂੰ ਨਹੀਂ ਕਿਹਾ ਮੈਂ ਕਹਿੰਦੀ ਮੈਨੂੰ ਲੈਟ ਮੀ ਡੂ ਇਟ ਐਂਡ ਆਈ ਇਮੀਡੀਏਟਲੀ ਡੂ ਕਰਕੇ ਤਾਂ ਕਿ the purpose was that draw was coming very soon so ਮੈਨੂੰ ਐਕਸਪੈਕਟਡ ਸੀ ਕਿ ਅੱਜ ਮੈਂ ਕਰ ਦਿਆਂਗਾ ਤੇ ਇਹਦਾ ਸਕੋਰ ਵੱਧ ਜਾਏਗਾ ਤੇ ਇਹਦਾ ਡਰਾਅ 'ਚ ਨੰਬਰ ਆ ਜਾਏਗਾ ਐਗਜ਼ੈਕਟਲੀ ਉਹੀ ਉਹ ਚੀਜ਼ ਹੋਈ ਇਹਨੂੰ ਡਰਾਅ 'ਚ ਨੰਬਰ ਆ ਯਾ ਸੋ ਮੁਬਾਰਕਾਂ ਇੱਕ ਵਾਰ ਫਿਰ ਤੋਂ Thank you so much. ਐਂਡ ਵੀ ਲੁੱਕ ਫਾਰਵਰਡ ਟੂ ਹੈਲਪਿੰਗ ਯੂ ਅਗੇਨ ਅੱਗੇ ਸਿਟੀਜ਼ਨਸ਼ਿਪ ਦੇ ਟਾਈਮ ਤੇ ਹੋਰ ਚੀਜ਼ਾਂ ਦੇ ਟਾਈਮ ਤੇ ਸੋ ਐਂਡ ਯੂ ਆਰ ਲਾਈਕ ਅ ਟ੍ਰੈਂਡ ਸੈਟਰ ਜਿਹਨੇ ਇੱਕ ਚੀਜ਼ ਦਿਖਾਈ ਹੈ ਲੋਕਾਂ ਨੂੰ ਕਿ 1 ਸਾਲ ਦਾ ਪੜ੍ਹਾਈ ਕਰਕੇ 1 ਸਾਲ ਦਾ ਸਟੱਡੀ ਔਰ 1 ਸਾਲ ਦਾ ਵਰਕ ਪਰਮਿਟ ਦੇ ਨਾਲ ਵੀ PR ਹੋ ਸਕਦਾ ਪ੍ਰੋਵਾਈਡਡ ਕਿ ਤੁਸੀਂ ਸਹੀ ਤਰੀਕੇ ਨਾਲ ਚੱਲੋ ਥੈਂਕ ਯੂ ਵੈਰੀ ਮਚ ਟੂ एवरीवन ਥੈਂਕ ਯੂ